ਸਤਿ ਸ਼੍ਰੀ ਅਕਾਲ ਜੀ। ਮੈਂ ਜ਼ਿੰਦਗੀ ਤੋਂ ਤੰਗ ਹੋਈ ਇੱਕ ਆਮ ਜਿਹੀ ਕੁੜੀ ਸੀ। ਮੇਰੀ ਜ਼ਿੰਦਗੀ ਵਿੱਚ ਹਜ਼ਾਰਾਂ ਪਰੇਸ਼ਾਨੀਆਂ ਸੀ ਤੇ ਸਭ ਤੋਂ ਵੱਡੀ ਪਰੇਸ਼ਾਨੀ ਇਹ ਸੀ ਕਿ ਮੇਰੀ ਵਿਆਹ ਦੀ ਉਮਰ ਲੰਘਦੀ ਜਾ ਰਹੀ ਸੀ, ਪਰ ਮੇਰਾ ਵਿਆਹ ਨਹੀਂ ਹੋ ਰਿਹਾ ਸੀ। ਮੈਂ 30 ਸਾਲਾਂ ਦੀ ਹੋ ਗਈ ਸੀ। ਮੇਰੇ ਨਾਲ ਦੀਆਂ ਕੁੜੀਆਂ ਦੇ 2-2 ਬੱਚੇ ਵੀ ਹੋ ਗਏ ਸੀ, ਪਰ ਮੈਂ ਹਜੇ ਤੱਕ ਆਪਣੇ ਘਰ ਵਿੱਚ ਹੀ ਬੈਠੀ ਸੀ। ਇਸ ਸਭ ਦੀ ਵਜ੍ਹਾ ਹੋਰ ਕੋਈ ਨਹੀਂ ਬਲਕਿ ਮੇਰੀ ਆਪਣੀ ਮਾਂ ਹੀ ਸੀ। ਮੇਰੀ ਸਾਰੀ ਪਰੇਸ਼ਾਨੀ ਤੇ ਮੁਸੀਬਤਾਂ ਦੀ ਵਜ੍ਹਾ ਮੇਰੀ ਮਾਂ ਹੀ ਸੀ, ਕਿਉਂਕਿ ਉਹ ਇੱਕ ਬਹੁਤ ਜ਼ਿਆਦਾ ਅਜੀਬ ਹੀ ਤਰ੍ਹਾਂ ਦੀ ਔਰਤ ਸੀ। ਮੈਨੂੰ ਉਸ ਦੀ ਕੋਈ ਵੀ ਹਰਕਤ ਸਮਝ ਨਹੀਂ ਆਉਂਦੀ ਸੀ। ਮੇਰੀ ਮਾਂ ਸਾਰੀ ਰਾਤ ਰੋਂਦੀ ਰਹਿੰਦੀ ਸੀ। ਜਦੋਂ ਉਸ ਦਾ ਦਰਦ ਵੱਧ ਜਾਂਦਾ ਤਾਂ ਉਹ ਬਹੁਤ ਉੱਚੀ ਉੱਚੀ ਚੀਕਣ ਲੱਗਦੀ। ਚੀਕਾਂ ਦੀ ਆਵਾਜ਼ ਸਾਰੇ ਮੁਹੱਲੇ ਵਿੱਚ ਗੂੰਜਦੀ ਸੀ। ਪਰ ਡਾਕਟਰ ਕਹਿੰਦੇ ਸੀ ਕਿ ਇਹਨੂੰ ਕੋਈ ਬਿਮਾਰੀ ਨਹੀਂ ਆ, ਤੇ ਨਾ ਹੀ ਕਿਤੇ ਦਰਦ ਆ ਤੇ ਨਾ ਹੀ ਕੋਈ ਜ਼ਖਮ ਆ। ਕਿੰਨਾ ਅਜੀਬ ਲੱਗਦਾ ਆ ਕਿ ਤੁਸੀਂ ਕਿਸੇ ਇਹੋ ਜਿਹੇ ਇਨਸਾਨ ਨੂੰ ਰੋਜ਼ ਉਸ ਦੇ ਦਰਦ ਦੀ ਵਜ੍ਹਾ ਪੁੱਛੋ ਤੇ ਉਹ ਫਿਰ ਵੀ ਤੁਹਾਨੂੰ ਵਜ੍ਹਾ ਨਾ ਦੱਸੇ। ਮੈਂ ਆਪਣੀ ਹੀ ਮਾਂ ਤੋਂ ਤੰਗ ਆਉਣ ਲੱਗੀ ਸੀ। ਮੁਹੱਲੇ ਵਾਲੇ ਵੀ ਕਹਿੰਦੇ ਸੀ ਕਿ ਇਸ ਔਰਤ ਨੂੰ ਇਸ ਮੁਹੱਲੇ ਵਿੱਚੋਂ ਕੱਢੋ। ਅੱਧੀ ਅੱਧੀ ਰਾਤ ਨੂੰ ਉਹ ਸਾਡਾ ਦਰਵਾਜ਼ਾ ਖੜਕਾਉਂਦੇ ਸੀ ਕਿ ਇਸ ਦੀਆਂ ਚੀਕਾਂ ਬੰਦ ਕਰਵਾਓ, ਇਹਦੀਆਂ ਚੀਕਾਂ ਨਾਲ ਸਾਡੀ ਨੀਂਦ ਖਰਾਬ ਹੁੰਦੀ ਆ। ਮੈਂ ਸਾਰੀ ਰਾਤ ਜਾਗਦੀ ਤੇ ਮੈਂ ਵੀ ਇੱਕ ਦਿਮਾਗੀ ਮਰੀਜ਼ ਬਣਦੀ ਜਾ ਰਹੀ ਸੀ। ਇੱਕ ਦਿਨ ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਉਸ ਨੂੰ ਦੁੱਖ ਕੀ ਆ, ਆਖਿਰ ਵਜ੍ਹਾ ਕੀ ਆ। ਮੈਂ ਉਸ ਦੇ ਸਾਹਮਣੇ ਹੱਥ ਜੋੜੇ ਕਿ ਤੈਨੂੰ ਰੱਬ ਦਾ ਵਾਸਤਾ ਮੈਨੂੰ ਇੱਕ ਵਾਰ ਦੱਸ ਤਾਂ ਦੇ। ਕਿਤੇ ਜਾ ਕੇ ਉਹਨਾਂ ਦੀ ਜ਼ੁਬਾਨ ਖੁੱਲੀ। ਕਹਿਣ ਲੱਗੀ ਕਿ ਅੱਜ ਮੈਂ ਤੈਨੂੰ ਆਪਣੀ ਕਹਾਣੀ ਸੁਣਾਉਂਦੀ ਹਾਂ, ਪਰ ਉਹ ਕਹਾਣੀ ਸੁਣਨ ਤੋਂ ਬਾਅਦ ਤੂੰ ਆਪਣੀ ਮਾਂ ਨਾਲ ਨਫ਼ਰਤ ਨਹੀਂ ਕਰਨਾ। ਫਿਰ ਉਹਨਾਂ ਨੇ ਮੈਨੂੰ ਆਪਣੀ ਕਹਾਣੀ ਸੁਣਾਈ, ਜਿਸ ਨੂੰ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੇਰੀ ਉਮਰ 30 ਸਾਲ ਆ। ਮੇਰਾ ਨਾਮ ਸੀਮਾ ਆ। ਅਸੀਂ ਰੇਲਵੇ ਸਟੇਸ਼ਨ ਦੇ ਕੋਲ ਰਹਿੰਦੇ ਸੀ। ਅਸੀਂ 2 ਭੈਣਾਂ ਤੇ ਇੱਕ ਭਰਾ ਸੀ। ਮੇਰੀ ਮਾਂ ਇੱਕ ਅਜੀਬ ਹੀ ਤਰ੍ਹਾਂ ਦੀ ਔਰਤ ਸੀ। ਅਜੀਬ ਇਸ ਲਈ ਕਿ ਉਹ ਹਰ ਗੱਲ ਤੇ ਬਹੁਤ ਵਹਿਮ ਕਰਦੀ ਸੀ। ਦਿਨ ਰਾਤ ਡਰਦੀ ਸੀ। ਕਿਸੇ ਦੇ ਵੀ ਘਰ ਨਹੀਂ ਜਾਂਦੀ ਸੀ, ਤੇ ਜੇਕਰ ਜਾਂਦੀ ਵੀ ਤਾਂ ਉੱਥੋਂ ਕੁਝ ਖਾਂਦੀ ਪੀਂਦੀ ਨਹੀਂ ਸੀ। ਸਾਨੂੰ ਵੀ ਮਨਾ ਕਰਦੀ ਸੀ ਕਿ ਕਿਸੇ ਕੋਲੋਂ ਕੁਝ ਲੈ ਕੇ ਨਹੀਂ ਖਾਣਾ, ਕਿਤੇ ਨਹੀਂ ਜਾਣਾ। ਸਾਡਾ ਸਾਰਾ ਬਚਪਨ ਇਸੇ ਤਰ੍ਹਾਂ ਹੀ ਗੁਜ਼ਰਿਆ, ਪਰ ਜਿੰਨਾ ਹੀ ਸਾਡੀ ਮਾਂ ਨੇ ਵਹਿਮ ਕੀਤਾ ਓਨੀਆਂ ਹੀ ਸਾਡੇ ਤੇ ਮੁਸੀਬਤਾਂ ਟੁੱਟੀਆਂ। ਮੈਂ 30 ਸਾਲ ਦੀ ਹੋਣ ਵਾਲੀ ਹਾਂ ਤੇ ਮੇਰੀ ਮਾਂ ਨੇ ਹਜੇ ਤੱਕ ਮੇਰਾ ਵਿਆਹ ਨਹੀਂ ਕੀਤਾ। ਮੇਰੀ ਇੱਕ ਵੱਡੀ ਭੈਣ ਰਾਣੀ ਵੀ ਸੀ, ਜਿਹੜੀ ਇੱਕ ਦਿਨ ਮੁਹੱਲੇ ਦੇ ਕਿਸੇ ਮੁੰਡੇ ਨਾਲ ਭੱਜ ਗਈ ਸੀ। ਫਿਰ ਅਸੀਂ ਉਸ ਨੂੰ ਕਦੀ ਵੀ ਨਹੀਂ ਵੇਖਿਆ। ਉਸ ਮੁੰਡੇ ਨੂੰ ਉਹ ਪਸੰਦ ਕਰਦੀ ਸੀ, ਇਸ ਲਈ ਉਸ ਨਾਲ ਭੱਜ ਗਈ ਤੇ ਸਾਨੂੰ ਉਸ ਨੇ ਦੱਸਿਆ ਕਿ ਉਹ ਲੜਕਾ ਉਹਦੇ ਲਈ ਇੱਜ਼ਤ ਨਾਲ ਰਿਸ਼ਤਾ ਭੇਜਣਾ ਚਾਹੁੰਦਾ ਆ, ਪਰ ਮਾਂ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਕਹਿਣ ਲੱਗੀ ਕਿ ਉਹ ਹਜੇ ਇਸ ਦਾ ਵਿਆਹ ਨਹੀਂ ਕਰਨਾ ਚਾਹੁੰਦੀ। ਚਾਹੇ ਮੁੰਡੇ ਵਾਲੇ ਉਸ ਨੂੰ ਸੋਨੇ ਵਿੱਚ ਕਿਉਂ ਨਾ ਤੋਲ ਦੇਣ, ਤਾਂ ਵੀ ਉਹ ਨਹੀਂ ਕਰੇਗੀ। ਮੇਰੀ ਵੱਡੀ ਭੈਣ ਨੇ ਮਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਤੇ ਦਿਨ ਰਾਤ ਉਹਨਾਂ ਦੀਆਂ ਮਿੰਨਤਾਂ ਕਰਦੀ ਰਹੀ, ਪਰ ਮਾਂ ਨਾ ਮੰਨੀ ਤੇ ਇੱਕ ਦਿਨ ਉਹ ਉਸ ਮੁੰਡੇ ਦੇ ਨਾਲ ਭੱਜ ਗਈ। ਉਸ ਦੇ ਜਾਣ ਤੋਂ ਬਾਅਦ ਮੇਰੀ ਮਾਂ ਬਿਮਾਰ ਹੀ ਰਹਿਣ ਲੱਗ ਪਈ ਤੇ ਬਿਸਤਰੇ ਤੇ ਪੈ ਗਈ। ਉਸ ਵਿਚਾਰੀ ਦਾ ਕੀ ਕਸੂਰ ਸੀ। ਇੱਕ ਕੁੜੀ ਬਸ ਇਹੀ ਚਾਹੁੰਦੀ ਆ ਕਿ ਉਸ ਨੂੰ ਚੰਗਾ ਪਤੀ ਮਿਲੇ, ਚੰਗਾ ਘਰ ਮਿਲੇ, ਆਪਣੇ ਬੱਚਿਆਂ ਨਾਲ ਉਹ ਆਪਣਾ ਘਰ ਵਸਾ ਸਕੇ। ਬਸ ਮੇਰੀ ਭੈਣ ਦੀ ਇਹੀ ਗਲਤੀ ਸੀ, ਪਰ ਮੇਰੀ ਮਾਂ ਨੇ ਤਾਂ ਸਾਫ਼ ਮਨਾ ਕਰ ਦਿੱਤਾ ਤੇ ਕੋਈ ਵਜ੍ਹਾ ਵੀ ਨਹੀਂ ਦੱਸੀ। ਬਸ ਇਹੀ ਕਿਹਾ ਕਿ ਮੈਂ ਹਜੇ ਤੇਰਾ ਵਿਆਹ ਨਹੀਂ ਕਰੂੰਗੀ। ਇਸ ਗੱਲ ਤੇ ਉਹ ਖਾਮੋਸ਼ ਹੋ ਗਈ ਤੇ ਫਿਰ ਉਸ ਨੂੰ ਜੋ ਬਿਹਤਰ ਲੱਗਾ ਉਸਨੇ ਉਹੀ ਕੀਤਾ। ਉਸਨੇ ਉਸ ਮੁੰਡੇ ਨਾਲ ਵਿਆਹ ਕਰਵਾ ਲਿਆ। ਇਸ ਗੱਲ ਦਾ ਤਾਂ ਸਾਨੂੰ ਪਤਾ ਸੀ, ਪਰ ਉਸ ਤੋਂ ਬਾਅਦ ਉਸਨੇ ਸਾਡੇ ਨਾਲ ਕੋਈ ਸਬੰਧ ਹੀ ਨਹੀਂ ਰੱਖਿਆ, ਇੱਥੋਂ ਤੱਕ ਕਿ ਕਦੀ ਫੋਨ ਵੀ ਨਹੀਂ ਕੀਤਾ। ਹੁਣ ਮੇਰੀ ਮਾਂ ਹਰ ਵਕਤ ਰੋਂਦੀ ਰਹਿੰਦੀ। ਹੁਣ ਤਾਂ ਉਹ ਖੁਦ ਉੱਠ ਕੇ ਬਾਥਰੂਮ ਤੱਕ ਵੀ ਨਹੀਂ ਜਾ ਸਕਦੀ ਸੀ। ਮੇਰੀ ਮਾਂ ਬਿਮਾਰ ਸੀ, ਪਰ ਫਿਰ ਵੀ ਕਦੀ ਮੇਰੀ ਮਾਸੀ ਮੇਰੇ ਲਈ ਰਿਸ਼ਤਾ ਲੈ ਕੇ ਆਉਂਦੀ ਤੇ ਕਦੀ ਮੇਰੀ ਚਾਚੀ ਬਹੁਤ ਵਧੀਆ ਵਧੀਆ ਰਿਸ਼ਤੇ ਲੈ ਕੇ ਆਉਂਦੀ, ਕਿਉਂਕਿ ਮੈਂ ਸ਼ਕਲ ਸੂਰਤ ਤੋਂ ਬਹੁਤ ਸੋਹਣੀ ਦਿਖਦੀ ਸੀ। ਮੇਰੀ ਮਾਂ ਹਮੇਸ਼ਾ ਬਿਨਾਂ ਸੋਚੇ ਸਮਝੇ, ਬਿਨਾਂ ਸਵਾਲ ਕੀਤੇ ਇਨਕਾਰ ਕਰ ਦਿੰਦੀ ਕਿ ਮੈਨੂੰ ਆਪਣੀ ਕੁੜੀ ਦਾ ਵਿਆਹ ਹੀ ਨਹੀਂ ਕਰਨਾ। ਮੇਰੇ ਨਾਲ ਦੀਆਂ ਸਾਰੀਆਂ ਕੁੜੀਆਂ ਦਾ ਵਿਆਹ ਹੋ ਚੁੱਕਿਆ ਸੀ, 2-2 ਬੱਚੇ ਵੀ ਹੋ ਚੁੱਕੇ ਸੀ, ਤੇ ਮੇਰਾ ਹਜੇ ਤੱਕ ਵਿਆਹ ਹੀ ਨਹੀਂ ਹੋਇਆ ਸੀ। ਹੁਣ ਤਾਂ ਮੇਰੀ ਸੁੰਦਰਤਾ ਵੀ ਮੱਧਮ ਪੈ ਰਹੀ ਸੀ। ਮੇਰਾ ਵਜ਼ਨ ਵੀ ਵੱਧ ਗਿਆ ਸੀ, ਵਾਲ ਵੀ ਗਿਰਨੇ ਸ਼ੁਰੂ ਹੋ ਗਏ ਸੀ। ਹੁਣ ਤਾਂ ਮੈਂ ਆਪਣੀ ਉਮਰ ਤੋਂ 2 ਸਾਲ ਵੱਡੀ ਲੱਗਦੀ ਸੀ। ਮੈਂ ਕਦੋਂ ਤੱਕ ਆਪਣਾ ਖਿਆਲ ਰੱਖਦੀ ਤੇ ਕਿੰਨਾ ਖਿਆਲ ਰੱਖਦੀ। ਉਮਰ ਤੇ ਵਕਤ ਨੇ ਤਾਂ ਆਪਣਾ ਅਸਰ ਦਿਖਾਉਣਾ ਹੀ ਸੀ। ਮੈਨੂੰ ਮੇਰੀ ਮਾਂ 'ਤੇ ਗੁੱਸਾ ਆਉਣ ਲੱਗਾ, ਕਿਉਂਕਿ ਉਹ ਮੇਰਾ ਵਿਆਹ ਇਸ ਕਰਕੇ ਨਹੀਂ ਕਰਨਾ ਚਾਹੁੰਦੀ ਸੀ ਕਿ ਜੇਕਰ ਮੈਂ ਚਲੀ ਜਾਊਂਗੀ ਤਾਂ ਉਹਨਾਂ ਦਾ ਖਿਆਲ ਕੌਣ ਰੱਖੇਗਾ, ਉਹਨਾਂ ਦੀ ਸੇਵਾ ਕੌਣ ਕਰੇਗਾ, ਕਿਉਂਕਿ ਮੇਰਾ ਭਰਾ ਤਾਂ ਪਹਿਲਾਂ ਹੀ ਰੱਬ ਦੇ ਕੋਲ ਜਾ ਚੁੱਕਿਆ ਸੀ ਤੇ ਮੇਰੇ ਪਾਪਾ ਵੀ ਇੱਕ ਹਾਦਸੇ ਵਿੱਚ ਗੁਜ਼ਰ ਗਏ ਸੀ। ਵਕਤ ਦਾ ਇੰਨਾ ਵੱਡਾ ਕਹਿਰ ਸੀ ਕਿ ਮੇਰੇ ਪਾਪਾ ਤੇ ਮੇਰਾ ਭਰਾ ਬਹੁਤ ਹੀ ਦਰਦਨਾਕ ਮੌਤ ਨਾਲ ਮਰੇ ਸੀ। ਮੇਰੇ ਪਾਪਾ ਚੱਲਦੀ ਟ੍ਰੇਨ ਦੇ ਥੱਲੇ ਆ ਗਏ ਸੀ ਤੇ ਮੇਰਾ ਭਰਾ ਨੇ ਵੀ
ਚੱਲਦੀ ਟ੍ਰੇਨ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਘਰ ਮੇਰੇ ਪਾਪਾ ਦੀ ਪੈਨਸ਼ਨ ਨਾਲ ਚੱਲਦਾ ਸੀ। ਹੁਣ ਘਰ ਵਿੱਚ ਅਸੀਂ 2 ਹੀ ਲੋਕ ਰਹਿੰਦੇ ਸੀ। ਸਾਰੇ ਰਿਸ਼ਤੇਦਾਰ ਮੇਰੀ ਮਾਂ ਨੂੰ ਇਹੋ ਕਹਿੰਦੇ ਕਿ ਜੇਕਰ ਤੂੰ ਆਪਣੀ ਕੁੜੀ ਦਾ ਵਿਆਹ ਕਰਕੇ ਦਹੇਜ ਵਿੱਚ ਉਸ ਨੂੰ ਘਰ ਦੇ ਦੇਵੇਂਗੀ ਤਾਂ ਤੇਰਾ ਜਵਾਈ ਤੈਨੂੰ ਵੀ ਨਾਲ ਹੀ ਰੱਖੂਗਾ ਤੇ ਇਸ ਤਰ੍ਹਾਂ ਤੁਹਾਨੂੰ ਦੋਵਾਂ ਨੂੰ ਸਹਾਰਾ ਮਿਲ ਜਾਊਗਾ। ਅੱਜ ਕੱਲ੍ਹ ਦੇ ਮਾਹੌਲ ਵਿੱਚ ਘਰ ਵਿੱਚ ਕਿਸੇ ਮਰਦ ਦਾ ਹੋਣਾ ਬਹੁਤ ਜ਼ਰੂਰੀ ਆ। 2 ਔਰਤਾਂ ਦਾ ਇਕੱਲਾ ਰਹਿਣਾ ਠੀਕ ਨਹੀਂ ਆ। ਰਿਸ਼ਤੇਦਾਰ ਕਦੀ ਵੀ ਕਿਸੇ ਦਾ ਸਾਥ ਨਹੀਂ ਦਿੰਦੇ। ਜੇਕਰ ਸਾਥ ਦਿੰਦੇ ਵੀ ਆ ਤਾਂ ਬਾਅਦ ਵਿੱਚ ਤਾਨੇ ਮਾਰਦੇ ਨੇ। ਘਰ ਸਾਡਾ ਆਪਣਾ। ਜੇਕਰ ਕਿਸੇ ਇਹੋ ਜਿਹੇ ਇਨਸਾਨ ਨਾਲ ਮੇਰਾ ਵਿਆਹ ਹੋ ਜਾਂਦਾ ਜਿਸ ਦੇ ਕੋਲ ਘਰ ਨਾ ਹੋਵੇ ਤਾਂ ਉਸ ਨੂੰ ਘਰ ਮਿਲ ਜਾਂਦਾ ਤਾਂ ਉਹ ਸਾਡੇ ਹੀ ਘਰ ਵਿੱਚ ਰਹਿੰਦਾ ਤਾਂ ਮਾਂ ਨੂੰ ਵੀ ਘਰ ਵਿੱਚੋਂ ਕਿੱਦਾਂ ਕੱਢ ਸਕਦਾ ਸੀ ਤੇ ਇਸ ਘਰ ਨੂੰ ਕਿਸੇ ਮਰਦ ਦਾ ਸਹਾਰਾ ਮਿਲ ਜਾਂਦਾ ਤੇ ਮੇਰਾ ਵਿਆਹ ਵੀ ਹੋ ਜਾਂਦਾ, ਘਰ ਵੀ ਵਸ ਜਾਂਦਾ ਤੇ ਜੇਕਰ ਬੱਚੇ ਹੋ ਜਾਂਦੇ ਤਾਂ ਮਾਂ ਦਾ ਵੀ ਦਿਲ ਲੱਗਿਆ ਰਹਿੰਦਾ। ਪਰ ਮਾਂ ਤਾਂ ਕਿਸੇ ਗੱਲ 'ਤੇ ਵੀ ਤਿਆਰ ਨਹੀਂ ਸੀ। ਬਸ ਮੇਰੀ ਮਾਂ ਮੇਰੇ ਵਿਆਹ ਕਰਨ ਤੋਂ ਹੀ ਇਨਕਾਰ ਕਰਦੀ ਸੀ। ਇੱਕ ਦਿਨ ਮੈਂ ਗੁੱਸੇ ਵਿੱਚ ਆ ਕੇ ਆਪਣੀ ਮਾਂ ਨੂੰ ਬਹੁਤ ਬੁਰਾ ਭਲਾ ਕਹਿ ਦਿੱਤਾ। ਕਿਹਾ ਕਿ ਤੁਸੀਂ ਆਪਣੇ ਫਾਇਦੇ ਦੇ ਲਈ ਤੇ ਆਪਣੇ ਖਰਚੇ ਦੇ ਲਈ ਮੈਨੂੰ ਆਪਣੀ ਚੌਖਟ 'ਤੇ ਬਿਠਾ ਕੇ ਬੁੱਢਾ ਕਰਨਾ ਚਾਹੁੰਦੇ ਹੋ। ਮੈਂ ਆਪਣੀ ਮਾਂ ਦੇ ਸਾਹਮਣੇ ਹੱਥ ਜੋੜ ਕੇ ਖੜੀ ਹੋ ਗਈ। ਹਮੇਸ਼ਾ ਦੀ ਤਰ੍ਹਾਂ ਸਵਾਲ ਕਰਨ ਲੱਗੀ, ਆਖਿਰ ਉਹਨਾਂ ਦੇ ਇਸ ਵਿਵਹਾਰ ਦੀ ਵਜ੍ਹਾ ਕੀ ਆ? ਅੱਜ ਵੀ ਮੈਨੂੰ ਉਹਨਾਂ ਤੋਂ ਇਹੀ ਜਵਾਬ ਚਾਹੀਦਾ ਸੀ ਪਰ ਜੋ ਨਹੀਂ ਮਿਲਿਆ। ਮੈਂ ਬਹੁਤ ਤੰਗ ਆ ਗਈ ਸੀ, ਰੋਣ ਲੱਗੀ। ਆਖਿਰ ਮੇਰੀ ਮਾਂ ਨੇ ਆਪਣੀ ਜ਼ੁਬਾਨ ਖੋਲ੍ਹੀ ਤੇ ਮੈਨੂੰ ਇੱਕ ਕਹਾਣੀ ਸੁਣਾਉਣ ਲੱਗੀ। ਮਾਂ ਕਹਿਣ ਲੱਗੀ ਕਿ ਰਾਤ ਦੇ 12 ਵਜੇ ਦਾ ਟਾਈਮ ਸੀ। ਗਲੀ ਸੁੰਨਸਾਨ ਤੇ ਹਰ ਪਾਸੇ ਖਾਮੋਸ਼ੀ ਸੀ ਜਦੋਂ ਸਾਡੇ ਘਰ ਤੇਰੀ ਭੂਆ ਆਈ। ਉਸ ਨੂੰ ਉਸ ਦੇ ਪਤੀ ਨੇ ਤਲਾਕ ਦੇ ਦਿੱਤਾ ਸੀ ਕਿਉਂਕਿ ਵਿਆਹ ਦੇ 3 ਸਾਲ ਬਾਅਦ ਵੀ ਉਹ ਮਾਂ ਨਹੀਂ ਬਣ ਸਕੀ। ਮੈਂ ਵੀ ਹੈਰਾਨ ਸੀ ਕਿ ਇਹ ਇਸ ਵਕਤ ਕਿੱਥੋਂ ਆ ਟਪਕੀ। ਤੇਰੀ ਦਾਦੀ ਨੇ ਵੀ ਉਸ ਨੂੰ ਇਹੀ ਸਵਾਲ ਕੀਤਾ ਤੇ ਉਸ ਦਾ ਕਹਿਣਾ ਸੀ ਕਿ ਮਾਂ ਮੈਂ ਠੀਕ ਹਾਂ, ਚਿੰਤਾ ਦੀ ਕੋਈ ਗੱਲ ਨਹੀਂ। ਤੁਹਾਡੀ ਬਹੁਤ ਯਾਦ ਆ ਰਹੀ ਸੀ ਤਾਂ ਰਾਕੇਸ਼ ਨੂੰ ਕਿਹਾ ਕਿ ਮੈਨੂੰ ਮਾਂ ਦੇ ਕੋਲ ਲੈ ਜਾਓ। ਉਹੀ ਛੱਡ ਕੇ ਗਏ ਆ, ਜਲਦੀ ਵਿੱਚ ਸੀ ਇਸ ਲਈ ਅੰਦਰ ਨਹੀਂ ਆਏ, ਸਵੇਰੇ ਲੈ ਜਾਣਗੇ। ਰਚਨਾ ਨੇ ਦੱਸਿਆ। ਅਗਲੇ ਦਿਨ ਰਚਨਾ ਨੂੰ ਮੈਂ ਸਵੇਰੇ ਕਿਤੇ ਜਾਂਦੇ ਹੋਏ ਵੇਖਿਆ। ਉਹ ਮੈਨੂੰ ਵੇਖ ਕੇ ਰੁਕੀ ਤੇ ਕਹਿਣ ਲੱਗੀ ਕਿ ਮੇਰੀ ਮਾਂ ਦੀ ਮੰਜੀ ਤੂੰ ਇੰਨੀ ਠੰਡ ਵਿੱਚ ਬਾਹਰ ਰੱਖੀ ਆ ਤੇ ਤੁਸੀਂ ਲੋਕ ਤਾਂ ਚੰਗਾ ਖਾਂਦੇ ਹੋ। ਮੇਰੀ ਮਾਂ ਨੂੰ ਬੁੱਸਿਆ ਹੋਇਆ ਖਾਣਾ ਦਿੰਦੇ ਹੋ। ਭਰਾ ਨੂੰ ਵੀ ਤੂੰ ਆਪਣੇ ਪੱਲੂ ਦੇ ਨਾਲ ਬੰਨ੍ਹ ਕੇ ਰੱਖਿਆ ਆ। ਅੱਜ ਮੇਰੀ ਹਾਲਤ ਇਹੋ ਜਿਹੀ ਆ ਕਿ ਮੈਂ ਤੈਨੂੰ ਕੋਈ ਬਦਦੁਆ ਨਹੀਂ ਦੇਣਾ ਚਾਹੁੰਦੀ, ਨਹੀਂ ਤਾਂ ਤੈਨੂੰ ਮੇਰੀ ਹਾਲ ਲੱਗ ਜਾਂਦੀ ਕਿਉਂਕਿ ਉਹ ਤਾਂ ਦਿਲ ਤੋਂ ਖੁਦ ਹੀ ਨਿਕਲ ਜਾਂਦੀ ਆ। ਮੈਂ ਚੰਗੀ ਨੂੰਹ ਨਹੀਂ ਸੀ। ਮੇਰੀ ਸੱਸ ਵੀ ਮੇਰੇ ਨਾਲ ਚੰਗੀ ਨਹੀਂ ਸੀ। ਉਹਨਾਂ ਨੇ ਮੈਨੂੰ ਬਹੁਤ ਤੰਗ ਕੀਤਾ। ਜਦੋਂ ਉਹ ਬਜ਼ੁਰਗ ਨਹੀਂ ਹੋਈ ਸੀ ਤਾਂ ਉਹਨਾਂ ਨੇ ਮੈਨੂੰ ਤਾਨੇ ਦੇ ਕੇ ਮੇਰੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖਿਆ ਸੀ ਤੇ ਜਦੋਂ ਉਹਨਾਂ ਦਾ ਬੇਟਾ ਮੇਰੇ ਕਾਬੂ ਵਿੱਚ ਆ ਗਿਆ ਤੇ ਮੈਂ ਆਪਣੇ ਪੈਰ ਜਮਾ ਲਏ, ਫਿਰ ਮੈਂ ਵੀ ਉਹਨਾਂ ਨਾਲ ਬਦਲੇ ਲੈਣ ਵਿੱਚ ਕੋਈ ਕਸਰ ਨਹੀਂ ਛੱਡੀ। ਮੈਂ ਉਹਨਾਂ ਨੂੰ ਮਾफ़ ਨਹੀਂ ਕੀਤਾ। ਮੈਂ ਉਹਨਾਂ ਕੋਲੋਂ ਉਹਨਾਂ ਦੇ ਕੀਤੇ ਦਾ ਬਦਲਾ ਖੁਦ ਲੈਣ ਦਾ ਇਰਾਦਾ ਕਰ ਲਿਆ ਤੇ ਇਹੀ ਸੋਚਣ ਲੱਗੀ ਕਿ ਇਹ ਮੌਕਾ ਰੱਬ ਮੈਨੂੰ ਕਦੋਂ ਦੇਵੇਗਾ। ਮੇਰੀ ਸੱਸ ਹੁਣ ਬੁੱਢੀ ਹੋ ਗਈ ਸੀ ਤੇ ਉਹਨਾਂ ਦਾ ਬੇਟਾ ਵੀ ਪੂਰੀ ਤਰ੍ਹਾਂ ਮੇਰੇ ਇਸ਼ਾਰਿਆਂ 'ਤੇ ਨੱਚਣ ਲੱਗਾ ਤੇ ਕਿਉਂ ਨਾ ਮੈਂ ਉਹਨਾਂ ਦੇ ਨਾਲ ਆਪਣੇ ਉੱਤੇ ਕੀਤੇ ਜ਼ੁਲਮ ਦਾ ਬਦਲਾ ਲੈ ਲਵਾਂ। ਉਹ ਮੈਨੂੰ ਖਾਣਾ ਨਹੀਂ ਦਿੰਦੀ ਸੀ। ਸਾਰੇ ਲੋਕ ਖਾਣਾ ਖਾ ਲੈਂਦੇ ਸੀ ਤੇ ਬਾਕੀ ਜੂਠਾ ਬਚਿਆ ਹੋਇਆ ਖਾਣਾ ਹੀ ਮੈਨੂੰ ਦਿੰਦੇ ਸੀ ਤੇ ਰੋਟੀ ਵੀ ਮੈਂ ਬਾਸੀ ਹੀ ਖਾਂਦੀ ਸੀ। ਆਪਣੇ ਬੇਟੇ ਦੇ ਹੱਥੋਂ ਮੈਨੂੰ ਬਹੁਤ ਕਟਵਾਉਂਦੇ ਵੀ ਸੀ ਤਾਂ ਫਿਰ ਉਹਨਾਂ ਦੇ ਨਾਲ ਇੰਨਾ ਤਾਂ ਹੋਣਾ ਹੀ ਚਾਹੀਦਾ ਸੀ। ਉਸ ਵਕਤ ਮੈਨੂੰ ਇਹੀ ਠੀਕ ਲੱਗਦਾ ਸੀ। ਰਚਨਾ ਠੀਕ ਸੀ। ਮੇਰੇ ਵਿਆਹ ਤੋਂ ਬਾਅਦ ਹੀ ਉਸ ਦਾ ਵਿਆਹ ਹੋਇਆ ਸੀ। ਮੇਰੇ ਨਾਲ ਕਦੀ ਵੀ ਉਸ ਨੇ ਕੋਈ ਗਲਤ ਗੱਲ ਨਹੀਂ ਕੀਤੀ ਸੀ। ਉਸ ਨਾ ਚੰਗੀ ਤੇ ਨਾ ਹੀ ਉਹ ਬੁਰੀ ਸੀ। ਬਸ ਆਪਣੇ ਕੰਮ ਦੇ ਨਾਲ ਹੀ ਕੰਮ ਰੱਖਦੀ ਸੀ ਤੇ ਮੇਰੇ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਉਸ ਦਾ ਵਿਆਹ ਹੋ ਗਿਆ ਸੀ। ਰਚਨਾ ਨੇ ਆਪਣੀ ਗੱਲ ਸੁਣਾਈ ਤੇ ਉੱਥੋਂ ਚਲੀ ਗਈ। ਉਸ ਦੀ ਗੱਲ 'ਤੇ ਜ਼ਿਆਦਾ ਧਿਆਨ ਨਾ ਦਿੱਤਾ। ਦੁਪਹਿਰ ਦਾ ਸਮਾਂ ਸੀ ਜਦੋਂ 2 ਪੁਲਿਸ ਵਾਲੇ ਤੇ ਮੁਹੱਲੇ ਦੇ 4 ਲੋਕ ਇੱਕ ਲਾਸ਼ ਨੂੰ ਚੁੱਕ ਕੇ ਸਾਡੇ ਘਰ ਆਏ। ਬਾਹਰ ਮੰਜੀ ਤੇ ਤੇਰੀ ਦਾਦੀ ਦੇ ਸਾਹਮਣੇ ਰੱਖ ਦਿੱਤੀ ਤੇ ਲਾਸ਼ ਦੇ ਮੂੰਹ ਤੋਂ ਕੱਪੜਾ ਹਟਾਇਆ ਤੇ ਕਹਿਣ ਲੱਗੇ ਰੇਲ ਦੀ ਪਟੜੀ ਤੇ ਅੱਜ ਸਵੇਰੇ ਮਿਲੀ ਆ ਇਹ ਲਾਸ਼। ਮੁਹੱਲੇ ਵਾਲੇ ਕਹਿ ਰਹੇ ਆ ਕਿ ਇਹ ਤੁਹਾਡੀ ਬੇਟੀ ਦੀ ਆ। ਲਾਸ਼ ਦੀ ਪਹਿਚਾਣ ਕਰ ਲਓ ਤਾਂ ਸਾਡਾ ਕੰਮ ਖਤਮ ਹੋ ਜਾਵੇ। ਪੁਲਿਸ ਵਾਲੇ ਨੇ ਅਜੀਬ ਜਿਹੇ ਅੰਦਾਜ਼ ਵਿੱਚ ਕਿਹਾ। ਅਸੀਂ ਸਾਰੇ ਵੇਖ ਕੇ ਹੈਰਾਨ ਰਹਿ ਗਏ। ਉਹ ਰਚਨਾ ਦੀ ਲਾਸ਼ ਸੀ। ਕੀ ਇਹ ਤੇਰੀ ਬੇਟੀ ਹੈ? ਹਾਂ, ਇਹ ਮੇਰੀ ਬੇਟੀ ਆ। ਤੇਰੀ ਦਾਦੀ ਚਲਾਈ ਤੇ ਬੇਹੋਸ਼ ਹੋ ਗਈ। ਸੀਮਾ ਤੇਰੀ ਭੂਆ, ਮਾਸੂਮ ਤੇ ਉਹ ਜ਼ਾਲਿਮ ਭਾਬੀ ਮੈਂ ਸੀ। ਮੈਂ ਹੈਰਾਨ ਰਹਿ ਗਈ ਤੇ ਪੁੱਛਣ ਲੱਗੀ ਕਿ ਇਸ ਸਭ ਵਿੱਚ ਮੇਰੀ ਮਾਂ ਦਾ ਕੀ ਕਸੂਰ ਸੀ? ਕਸੂਰ ਮੇਰਾ ਹੀ ਸੀ। ਮੇਰੀ ਬੇਟੀ
ਕਿਉਂਕਿ ਜਦੋਂ ਮੈਂ ਵਿਆਹ ਕਰਕੇ ਇਸ ਘਰ ਵਿੱਚ ਆਈ ਸੀ ਤਾਂ ਮੈਂ ਜਾਣਦੀ ਸੀ ਕਿ ਇਹ ਘਰ ਮੇਰੀ ਨਨਾਣ ਦੇ ਬਾਅਦ ਮੇਰੇ ਪਤੀ ਦਾ ਹੀ ਹੈ, ਜਾਨੀ ਇਹ ਸਭ ਕੁਝ ਦਰਅਸਲ ਮੇਰਾ ਹੀ ਸੀ। ਮੇਰੇ ਸਹੁਰਾ ਸਾਹਿਬ ਤਾਂ ਇਸ ਦੁਨੀਆ ਤੋਂ ਪਹਿਲਾਂ ਹੀ ਚਲੇ ਗਏ ਸੀ। ਸੱਸ ਬਹੁਤ ਹੀ ਜ਼ਾਲਿਮ ਸੀ। ਮੈਂ ਬਹੁਤ ਹੀ ਜਲਦੀ ਉਹਨਾਂ ਦੇ ਬੇਟੇ ਨੂੰ ਉਹਨਾਂ ਦੇ ਖਿਲਾਫ ਕਰ ਦਿੱਤਾ ਤੇ ਉਹਨਾਂ ਨੂੰ ਉਹਨਾਂ ਦੀ ਔਕਾਤ 'ਤੇ ਲੈ ਆਈ। ਪਰ ਤੇਰੀ ਭੂਆ ਇੱਕ ਸਮਝਦਾਰ ਔਰਤ ਸੀ। ਇੱਕ ਉਹੀ ਸੀ ਜੋ ਮੈਨੂੰ ਰੋਕ ਸਕਦੀ ਸੀ ਤੇ ਜੋ ਮੈਨੂੰ ਕਹਿੰਦੀ ਸੀ ਕਿ ਇਸ ਤਰ੍ਹਾਂ ਨਹੀਂ ਕਰ ਸਕਦੀ। ਮੈਨੂੰ ਸਿਰਫ ਉਸ ਤੋਂ ਹੀ ਖਤਰਾ ਸੀ, ਪਰ ਵਕਤ ਦੀ ਕਰਨੀ ਐਸੀ ਹੋਈ ਕਿ ਜਲਦੀ ਹੀ ਉਸ ਦਾ ਵਿਆਹ ਹੋ ਗਿਆ। ਇਨ੍ਹਾਂ 2 ਤੋਂ 3 ਸਾਲਾਂ ਵਿੱਚ ਮੇਰੀ ਕੋਈ ਔਲਾਦ ਨਾ ਹੋਈ। ਮੇਰੀ ਸੱਸ ਮੇਰੇ ਹੀ ਰਹਿਮੋ ਕਰਮ 'ਤੇ ਸੀ, ਫਿਰ ਵੀ ਉਹ ਮੈਨੂੰ ਦਿਨ ਰਾਤ ਬਾਂਝ ਹੋਣ ਦੇ ਤਾਨੇ ਦਿੰਦੀ ਤੇ ਕਹਿੰਦੀ ਸੀ ਕਿ ਤੂੰ ਮੇਰਾ ਦਿਲ ਦੁਖਾਇਆ ਆ, ਇਸ ਲਈ ਹੁਣ ਤੈਨੂੰ ਔਲਾਦ ਨਹੀਂ ਹੋਵੇਗੀ, ਤੂੰ ਕਦੀ ਵੀ ਮਾਂ ਨਹੀਂ ਬਣ ਸਕੇਗੀ। ਉਹਨਾਂ ਦੀਆਂ ਗੱਲਾਂ ਤੀਰ ਬਣ ਕੇ ਮੇਰੇ ਦਿਲ ਵਿੱਚ ਲੱਗਦੀਆਂ ਸੀ। ਸੋਚਦੀ ਸੀ ਕਿ ਆਖਿਰ ਕਿਉਂ ਮੇਰੀ ਔਲਾਦ ਨਹੀਂ ਹੋ ਰਹੀ ਸੀ। ਵਕਤ ਗੁਜ਼ਰਨ ਲੱਗਾ ਤੇ ਮੈਂ ਉਹਨਾਂ ਨਾਲ ਬਦਲਾ ਲੈਣ ਦਾ ਇੱਕ ਪਲਾਨ ਬਣਾ ਲਿਆ। ਮੈਂ ਜਦੋਂ ਵੀ ਰਚਨਾ ਦੇ ਘਰ ਜਾਂਦੀ ਤਾਂ ਮੈਂ ਉਹਨਾਂ ਦੇ ਘਰ ਖੰਡ ਵਿੱਚ ਇੱਕ ਐਸੀ ਦਵਾ ਮਿਲਾ ਕੇ ਆਉਂਦੀ ਸੀ ਜਿਸ ਦੀ ਵਜ੍ਹਾ ਨਾਲ ਉਹ ਹੌਲੀ ਹੌਲੀ ਬਾਂਝ ਹੁੰਦੀ ਜਾਣ ਲੱਗੀ। ਜੇਕਰ ਔਲਾਦ ਮੇਰੇ ਨਹੀਂ ਹੋ ਰਹੀ ਸੀ ਤਾਂ ਔਲਾਦ ਰਚਨਾ ਦੇ ਵੀ ਨਹੀਂ ਹੋ ਰਹੀ ਸੀ। ਇਸ ਗੱਲ ਤੋਂ ਖੁਸ਼ ਸੀ ਕਿ ਉਸਦੀ ਮਾਂ ਮੈਨੂੰ ਹੀ ਇਹ ਗੱਲਾਂ ਸੁਣਾਉਂਦੀ। ਉਸਦੀ ਤਾਂ ਆਪਣੀ ਬੇਟੀ ਦੇ ਵੀ ਔਲਾਦ ਨਹੀਂ ਹੋ ਰਹੀ ਸੀ। ਮੇਰੀ ਸੱਸ ਨੂੰ ਇਸ ਗੱਲ 'ਤੇ ਪੂਰਾ ਯਕੀਨ ਸੀ ਕਿ ਜੋ ਤੁਸੀਂ ਕਿਸੇ ਦੇ ਨਾਲ ਕਰਦੇ ਹੋ ਉਹੀ ਤੁਹਾਡੇ ਨਾਲ ਵੀ ਹੁੰਦਾ ਹੈ। ਉਹ ਮੈਨੂੰ ਕਹਿੰਦੀ ਕਿ ਤੂੰ ਮੇਰਾ ਦਿਲ ਦੁਖਾਇਆ ਹੈ, ਇਸ ਲਈ ਤੇਰੇ ਔਲਾਦ ਨਹੀਂ ਹੋ ਰਹੀ। ਉਹਨਾਂ ਨੂੰ ਇਹ ਤਾਨੇ ਦੇਣ ਦਾ ਬੜਾ ਸ਼ੌਂਕ ਸੀ ਤੇ ਮੈਂ ਵੀ ਉਹਨਾਂ ਨੂੰ ਦਿਖਾਉਣਾ ਚਾਹੁੰਦੀ ਸੀ ਕਿ ਅਗਰ ਮੇਰੇ ਔਲਾਦ ਨਹੀਂ ਹੋ ਰਹੀ ਤਾਂ ਔਲਾਦ ਤੇਰੀ ਬੇਟੀ ਦੇ ਵੀ ਨਹੀਂ ਹੋ ਰਹੀ। ਤੇ ਜਦੋਂ ਇਸ ਤਰ੍ਹਾਂ ਹੋਊਗਾ ਤਾਂ ਉਹਨਾਂ ਨੂੰ ਅਹਿਸਾਸ ਹੋਊਗਾ ਕਿ ਉਹਨਾਂ ਨੇ ਮੇਰੇ ਨਾਲ ਗਲਤ ਕੀਤਾ ਹੈ। ਮੇਰਾ ਤੇ ਰਚਨਾ ਦੇ ਵਿਆਹ ਨੂੰ 3 ਸਾਲ ਹੋ ਗਏ ਸੀ ਤੇ ਸਾਡੇ ਦੋਵਾਂ ਦੇ ਔਲਾਦ ਨਹੀਂ ਹੋਈ ਸੀ। ਜਿਹੜੀਆਂ ਦਵਾਈਆਂ ਮੈਂ ਰਚਨਾ ਨੂੰ ਚੋਰੀ ਛੁਪੇ ਖਿਲਾਈਆਂ ਸੀ ਉਸ ਦੀ ਵਜ੍ਹਾ ਨਾਲ ਰਚਨਾ ਬਾਂਝ ਹੋ ਗਈ ਸੀ। 3 ਸਾਲ ਬਾਅਦ ਉਸ ਦੇ ਪਤੀ ਨੇ ਦੂਸਰਾ ਵਿਆਹ ਕਰ ਲਿਆ ਸੀ ਤੇ ਉਸ ਨੂੰ ਘਰ ਵਿੱਚੋਂ ਕੱਢ ਦਿੱਤਾ ਸੀ। ਤਾਂ ਉਸ ਵਕਤ ਤੱਕ ਮੈਂ ਗਰਭਵਤੀ ਹੋ ਚੁੱਕੀ ਸੀ, ਇਸ ਲਈ ਮੇਰੇ ਕਦਮ ਇਸ ਘਰ ਵਿੱਚ ਬਹੁਤ ਮਜ਼ਬੂਤ ਹੋ ਗਏ ਸੀ। ਰਚਨਾ ਇਹ ਸਦਮਾ ਬਰਦਾਸ਼ਤ ਨਾ ਕਰ ਸਕੀ ਤੇ ਉਸਨੇ ਆਤਮ ਹੱਤਿਆ ਕਰ ਲਈ। ਇਸ ਹਾਦਸੇ ਤੋਂ ਬਾਅਦ ਮੇਰੀ ਸੱਸ ਵੀ ਜ਼ਿਆਦਾ ਵਕਤ ਤੱਕ ਜਿੰਦਾ ਨਹੀਂ ਰਹੀ। ਉਹਨਾਂ ਨੇ ਰਚਨਾ ਦੇ ਦੁੱਖ ਨੂੰ ਦਿਲ 'ਤੇ ਲਾ ਲਿਆ ਤੇ 1 ਸਾਲ ਬਾਅਦ ਹੀ ਇਸ ਦੁਨੀਆ ਤੋਂ ਚਲੀ ਗਈ। ਹੁਣ ਘਰ ਵੀ ਮੇਰਾ ਸੀ ਤੇ ਇਸ ਘਰ ਵਿੱਚ ਆਉਣ ਵਾਲਾ ਇੱਕ ਪੈਸਾ ਵੀ ਮੇਰਾ ਹੀ ਸੀ। ਮੈਂ ਬਹੁਤ ਖੁਸ਼ ਸੀ ਕਿ ਮੈਨੂੰ ਔਲਾਦ ਵੀ ਮਿਲ ਗਈ ਤੇ ਘਰ ਵੀ। ਤੇ ਇਸ ਦੁਨੀਆ ਵਿੱਚ ਉਹੀ ਹੁੰਦਾ ਆ ਜੋ ਇਨਸਾਨ ਦੂਸਰਿਆਂ ਦੇ ਨਾਲ ਕਰਦਾ ਆ, ਉਹੀ ਉਸ ਦੇ ਨਾਲ ਵੀ ਹੁੰਦਾ ਆ। ਤੁਸੀਂ ਵੱਡੇ ਹੋਣ ਲੱਗੇ ਤੇ ਵਕਤ ਨੇ ਮੇਰੇ ਕੋਲੋਂ ਇਹੋ ਜਿਹਾ ਬਦਲਾ ਲਿਆ। ਮੈਂ ਜਾਣਦੀ ਵੀ ਨਹੀਂ ਸੀ ਕਿ ਮੇਰੇ ਨਾਲ ਕੀ ਹੋਣ ਵਾਲਾ ਆ। ਮੈਂ ਭੁੱਲ ਗਈ ਸੀ ਕਿ ਮੇਰੇ ਪਿਛਲੇ ਪਾਪਾਂ ਦੀ ਸਜ਼ਾ ਮੈਨੂੰ ਇਸ ਦੁਨੀਆ ਵਿੱਚ ਮਿਲੂਗੀ ਤੇ ਮੈਂ ਇਸ ਸਜ਼ਾ ਨੂੰ ਭੁਗਤ ਕੇ ਹੀ ਜਾਊਂਗੀ। ਅਸੀਂ ਲੋਕਾਂ ਦੇ ਨਾਲ ਬੁਰਾ ਕਰਦੇ ਹਾਂ ਤਾਂ ਉਹ ਸਾਨੂੰ ਵਾਪਸ ਮਿਲ ਜਾਂਦਾ ਆ। ਇਹੀ ਵਜ੍ਹਾ ਆ ਕਿ ਸਾਡਾ ਸਮਾਜ ਇੰਨੀ ਜ਼ਿਆਦਾ ਮੁਸੀਬਤਾਂ ਦਾ ਸ਼ਿਕਾਰ ਹੋ ਚੁੱਕਾ ਆ। ਮੇਰੀ ਸਜ਼ਾ ਵੀ ਸ਼ੁਰੂ ਹੋ ਚੁੱਕੀ ਸੀ ਤੇ ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਜਿਸ ਨੂੰ ਜਿੱਤ ਸਮਝ ਰਹੀ ਸੀ ਸਗੋਂ ਮੇਰੀ ਹਾਰ ਸੀ ਤੇ ਮੇਰੀ ਹਾਰ ਮੇਰੇ ਸਾਹਮਣੇ ਖੜੀ ਸੀ। ਤੇਰੇ ਪਾਪਾ ਬਿਮਾਰ ਰਹਿਣ ਲੱਗੇ ਤੇ ਉਹ ਮੈਨੂੰ ਦੱਸਦੇ ਵੀ ਨਹੀਂ ਸੀ ਕਿ ਉਹਨਾਂ ਨੂੰ ਕੀ ਬਿਮਾਰੀ ਆ। ਦਿਲ ਹੀ ਦਿਲ ਵਿੱਚ ਜਲਦੇ ਰਹਿੰਦੇ ਸੀ ਤੇ ਮੈਂ ਉਹਨਾਂ ਦੇ ਲਈ ਬਹੁਤ ਪਰੇਸ਼ਾਨ ਰਹਿੰਦੀ ਸੀ। ਇੱਕ ਦਿਨ ਉਹ ਘਰ ਤੋਂ ਬਾਹਰ ਗਏ ਤਾਂ ਮੈਨੂੰ ਉਹਨਾਂ ਦੇ ਸਮਾਨ ਵਿੱਚੋਂ ਕੁਝ ਰਿਪੋਰਟਾਂ ਮਿਲ ਗਈਆਂ ਜਿਸ ਦੇ ਮੁਤਾਬਕ ਤੇਰੇ ਪਾਪਾ ਨੂੰ ਕੈਂਸਰ ਸੀ ਤੇ ਇਲਾਜ ਦੇ ਲਈ ਲੱਖਾਂ ਰੁਪਏ ਚਾਹੀਦੇ ਸੀ ਤੇ ਉਹ ਇਸ ਗੱਲ ਨੂੰ ਆਪਣੇ ਦਿਲ 'ਤੇ ਲਾ ਗਏ ਤੇ ਇੱਕ ਦਿਨ ਚੱਲਦੀ ਟ੍ਰੇਨ ਦੇ ਸਾਹਮਣੇ ਆ ਗਏ। ਜਾਣਦੀ ਹੈ ਉਸ ਰਾਤ ਮੈਨੂੰ ਤੇਰੀ ਰਚਨਾ ਭੂਆ ਸੁਪਨੇ ਵਿੱਚ ਮਿਲੀ ਤੇ ਉਹ ਹੱਸ ਰਹੀ ਸੀ, ਜਿਵੇਂ ਉਹ ਕਹਿ ਰਹੀ ਸੀ ਕਿ ਤੇਰੇ ਪਤੀ ਨੂੰ ਵੀ ਉਸੇ ਤਰ੍ਹਾਂ ਦੀ ਮੌਤ ਮਿਲੀ ਆ। ਰੇਲਵੇ ਸਟੇਸ਼ਨ ਦੇ ਆਸ-ਪਾਸ ਰਹਿਣ ਵਾਲੇ ਲੋਕ ਜ਼ਿਆਦਾਤਰ ਗਰੀਬ ਹੀ ਹੁੰਦੇ ਆ ਕਿਉਂਕਿ ਇਹ ਜਗ੍ਹਾ ਰਹਿਣ ਦੇ ਕਾਬਿਲ ਨਹੀਂ ਹੁੰਦੀ। ਇੱਥੇ ਜ਼ਿਆਦਾਤਰ ਮਜਬੂਰ ਲੋਕ ਹੀ ਰਹਿੰਦੇ ਆ। ਦਿਨ ਰਾਤ ਟ੍ਰੇਨ ਦੀਆਂ ਆਵਾਜ਼ਾਂ ਆਉਂਦੀਆਂ ਨੇ, ਜ਼ਮੀਨ ਕੰਬਦੀ ਆ, ਧਰਤੀ ਹਿਲਦੀ ਆ। ਫਿਰ ਜੇਕਰ ਇਹੋ ਜਿਹੇ ਲੋਕਾਂ ਨੂੰ ਜ਼ਿੰਦਗੀ ਕੋਈ ਦੁੱਖ ਦਿੰਦੀ ਆ ਤਾਂ ਉਹਨਾਂ ਨੂੰ ਆਤਮ ਹੱਤਿਆ ਕਰਨ ਲਈ ਇਹ ਰਸਤਾ ਨਜ਼ਰ ਆਉਂਦਾ ਆ ਕਿ ਉਹ ਟ੍ਰੇਨ ਦੇ ਥੱਲੇ ਆ ਜਾਣ, ਟ੍ਰੇਨ ਦੇ ਸਾਹਮਣੇ ਛਾਲ ਮਾਰ ਦੇਣ। ਤੇਰੀ ਭੂਆ ਨੇ ਵੀ ਇਹੀ ਕੀਤਾ ਤੇ ਤੇਰੇ ਪਾਪਾ ਨੇ ਵੀ ਇਹੀ ਰਸਤਾ ਅਪਣਾਇਆ। ਵਕਤ ਗੁਜ਼ਰਨ ਲੱਗਾ। ਕਿਸੇ ਤਰ੍ਹਾਂ ਮੈਂ ਫਿਰ ਆਪਣੇ ਮਨ ਨੂੰ ਸਮਝਾਇਆ ਤੇ ਸੋਚਿਆ ਕਿ ਸਿਰਫ ਤੁਹਾਨੂੰ ਤਿੰਨਾਂ ਨੂੰ ਹੀ ਆਪਣੀ ਜ਼ਿੰਦਗੀ ਸਮਝ ਕੇ ਜੀ ਲਊਂਗੀ। ਪਰ ਤੇਰੀ ਭੈਣ ਘਰ ਤੋਂ ਭੱਜ ਗਈ ਤੇ ਤੇਰੇ ਭਰਾ ਦੇ ਨਾਲ ਵੀ ਇਹੀ ਹੋਇਆ। ਉਹ 17 ਸਾਲ ਦਾ ਮਾਸੂਮ ਕਿਸੇ 25-26 ਸਾਲ ਦੀ ਕੁੜੀ ਦੇ ਪਿਆਰ ਵਿੱਚ ਇੰਨਾ ਦੀਵਾਨਾ ਬਣ ਬੈਠਾ ਕਿ ਉਹ ਚੱਲਦੀ ਟ੍ਰੇਨ ਤੋਂ ਛਾਲ ਮਾਰ ਕੇ ਮਰ ਗਿਆ। ਉਸਨੇ ਆਤਮ ਹੱਤਿਆ ਕਰ ਲਈ। ਉਸ ਰਾਤ ਵੀ ਤੇਰੀ ਭੂਆ ਮੇਰੇ ਸੁਪਨੇ ਵਿੱਚ ਆਈ ਤੇ ਉਹ ਮੇਰੇ 'ਤੇ ਹੱਸ ਰਹੀ ਸੀ, ਕਹਿ ਰਹੀ ਸੀ ਕਿ ਤੇਰਾ ਬੇਟਾ ਵੀ ਤੇਰੇ ਕੋਲੋਂ ਛਿਣ ਗਿਆ। ਹੁਣ ਤੇਰੇ ਕੋਲ ਸਿਰਫ ਤੇਰੀ ਬੇਟੀ ਹੀ ਬਚੀ ਆ।
ਹੁਣ ਦੇਖਣਾ ਉਸਦਾ ਕੀ ਅੰਜਾਮ ਹੋਵੇਗਾ। ਮੈਂ ਇਸੇ ਲਈ ਤੇਰਾ ਵਿਆਹ ਨਹੀਂ ਕਰ ਸਕਦੀ। ਅਸਲ ਗੱਲ ਇਹ ਹੈ, ਮੈਂ ਆਪਣੇ ਕਰਮਾਂ ਤੋਂ ਡਰਦੀ ਹਾਂ ਕਿ ਜੇਕਰ ਮੈਂ ਤੇਰਾ ਵਿਆਹ ਕਰ ਦਿੱਤਾ ਤਾਂ ਤੈਨੂੰ ਮੇਰੇ ਪਾਪਾਂ ਦੀ ਸਜ਼ਾ ਮਿਲਣੀ ਸ਼ੁਰੂ ਹੋ ਗਈ ਤਾਂ ਮੇਰੇ ਕੋਲੋਂ ਤੇਰੀ ਤਕਲੀਫ ਦੇਖੀ ਨਹੀਂ ਜਾਊਗੀ। ਜੇਕਰ ਤੂੰ ਆਪਣੀ ਮਾਂ ਨੂੰ ਖੁਦ ਗਰਜ ਸਮਝਦੀ ਹੈ ਤਾਂ ਸਮਝਦੀ ਰਹਿ। ਮੈਂ ਤਾਂ ਤੇਰੇ ਲਈ ਇਹ ਸਭ ਕਰ ਰਹੀ ਹਾਂ। ਮੈਂ ਤੈਨੂੰ ਖੋਣਾ ਨਹੀਂ ਚਾਹੁੰਦੀ। ਤੂੰ ਮੇਰੀ ਸਭ ਤੋਂ ਛੋਟੀ ਔਲਾਦ ਆ ਅਤੇ ਸਭ ਤੋਂ ਛੋਟੀ ਔਲਾਦ ਤਾਂ ਸਭ ਤੋਂ ਪਿਆਰੀ ਹੁੰਦੀ ਆ। ਇਸ ਲਈ ਨਾ ਚਾਹੁੰਦੇ ਹੋਏ ਵੀ ਇਨਸਾਨ ਉਸ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਆ। ਮੈਂ ਰੋਂਦੀ ਹਾਂ, ਭਗਵਾਨ ਤੋਂ ਪ੍ਰਾਰਥਨਾ ਕਰਦੀ ਹਾਂ, ਜਦੋਂ ਤੱਕ ਤੂੰ ਮੇਰੇ ਸਾਹਮਣੇ ਆ ਉਦੋਂ ਤੱਕ ਮੈਨੂੰ ਇਹ ਤਸੱਲੀ ਤਾਂ ਹੈ ਕਿ ਤੂੰ ਠੀਕ ਆ। ਮੈਂ ਆਪਣੀ ਮਾਂ ਕੋਲੋਂ ਮਾफ़ੀ ਮੰਗੀ ਅਤੇ ਕਿਹਾ ਕਿ ਜਿਵੇਂ ਉਹ ਕਹੇਗੀ ਉਵੇਂ ਹੀ ਹੋਵੇਗਾ। ਮੇਰੀ ਮਾਂ ਸਾਰੀ ਰਾਤ ਰੋਂਦੀ ਰਹਿੰਦੀ। ਜਦੋਂ ਕਦੀ ਉਹਨਾਂ ਦਾ ਦਰਦ ਵੱਧ ਜਾਂਦਾ ਤਾਂ ਉਹ ਚੀਕਣ ਚਲਾਉਣ ਲੱਗਦੀ ਅਤੇ ਡਾਕਟਰ ਕਹਿੰਦੇ ਸੀ ਕਿ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਆ। ਅੱਜ ਮਾਂ ਨੇ ਮੈਨੂੰ ਆਪਣੀ ਕਹਾਣੀ ਸੁਣਾ ਦਿੱਤੀ ਅਤੇ ਹੁਣ ਮੈਂ ਇਹ ਸੋਚ ਕੇ ਹੈਰਾਨ ਸੀ ਕਿ ਮੇਰੀ ਮਾਂ ਨੇ ਇੱਕ ਵਹਿਮ ਦੀ ਵਜ੍ਹਾ ਨਾਲ ਮੈਨੂੰ ਹੁਣ ਤੱਕ ਆਪਣੇ ਘਰ ਬਿਠਾ ਕੇ ਰੱਖਿਆ ਆ। ਜਦੋਂ ਕੋਈ ਮਰਦਾ ਆ ਤਾਂ ਉਸ ਦੇ ਪਿੱਛੇ ਕਿਸੇ ਦਾ ਹੱਥ ਹੁੰਦਾ ਆ। ਮਰਨਾ ਤਾਂ ਸਭ ਨੂੰ ਹੈ। ਪਾਪਾ ਅਤੇ ਭਰਾ ਦੀ ਮੌਤ ਲਿਖੀ ਸੀ ਤਾਂ ਉਹ ਮਰ ਗਏ, ਪਰ ਮੇਰੀ ਮਾਂ ਵਹਿਮ ਵਿੱਚ ਆ ਕੇ ਮੇਰੀ ਜ਼ਿੰਦਗੀ ਬਰਬਾਦ ਕਰ ਰਹੀ ਆ। ਹੁਣ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀਊਂਗੀ। ਮੈਂ ਹੁਣ ਆਪਣੇ ਤੌਰ ਤਰੀਕੇ ਬਦਲੇ, ਆਪਣੇ ਕੱਪੜੇ ਪਾਉਣ ਦਾ ਢੰਗ ਬਦਲਿਆ, ਖੁਦ ਦਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ। ਮੈਂ ਸੋਹਣੀ ਤਾਂ ਪਹਿਲੋਂ ਹੀ ਸੀ ਤਾਂ ਹੁਣ ਮੈਂ ਕਿਸੇ ਨਾ ਕਿਸੇ ਨੂੰ ਤਾਂ ਪਸੰਦ ਆ ਹੀ ਸਕਦੀ ਸੀ ਅਤੇ ਇਹ ਸਭ ਬਹੁਤ ਜਲਦੀ ਹੋ ਗਿਆ। ਸਾਹਮਣੇ ਵਾਲੇ ਘਰ ਵਿੱਚ ਰਹਿਣ ਵਾਲੀ ਔਰਤ ਨੇ ਮੇਰਾ ਰਿਸ਼ਤਾ ਕਰਵਾ ਦਿੱਤਾ। ਰਾਹੁਲ ਨਾਮ ਸੀ ਉਸਦਾ। ਸਾਡੀ ਫ਼ੋਨ 'ਤੇ ਗੱਲ ਹੋਣ ਲੱਗੀ ਅਤੇ ਅਸੀਂ ਦੋਵੇਂ ਇੱਕ ਦੂਸਰੇ ਨੂੰ ਮਿਲਣ ਵੀ ਲੱਗੇ। ਮੇਰੀ ਮਾਂ ਤਾਂ ਮੰਜੇ 'ਤੇ ਪੈ ਗਈ ਸੀ। ਉਸ ਨੂੰ ਕੀ ਪਤਾ ਸੀ ਕਿ ਅਸੀਂ ਕੀ ਕਰ ਰਹੇ ਹਾਂ। ਮੈਨੂੰ ਜਦੋਂ ਰਾਹੁਲ ਨੂੰ ਘਰ ਬੁਲਾਉਣਾ ਹੁੰਦਾ ਸੀ ਤਾਂ ਮੈਂ ਆਪਣੀ ਮਾਂ ਨੂੰ ਰੋਟੀ ਵਿੱਚ ਨੀਂਦ ਦੀ ਦਵਾਈ ਮਿਲਾ ਦਿੰਦੀ ਸੀ ਅਤੇ ਉਹ ਬੇਸੁੱਧ ਹੋ ਕੇ ਸੌ ਜਾਂਦੀ ਸੀ। ਇੱਕ ਦਿਨ ਰਾਹੁਲ ਨੇ ਕਿਹਾ ਕਿ ਸਾਨੂੰ ਇੱਥੋਂ ਦੂਰ ਕਿਤੇ ਜਾਣਾ ਚਾਹੀਦਾ ਹੈ, ਪਰ ਜਦੋਂ ਮੈਂ ਉਸ ਨੂੰ ਕਿਹਾ ਕਿ ਮੇਰੀ ਮਾਂ ਦਾ ਕੀ ਕਰਾਂਗੇ ਤਾਂ ਉਸਨੇ ਕਿਹਾ ਕਿ ਤੇਰੀ ਮਾਂ ਤਾਂ ਵੈਸੇ ਵੀ ਬਹੁਤ ਤਕਲੀਫ ਹੀ ਵਿੱਚ ਆ, ਹੁਣ ਉਸ ਦਾ ਮਰ ਜਾਣਾ ਹੀ ਠੀਕ ਆ। ਅਸੀਂ ਇੱਥੋਂ ਚਲੇ ਜਾਵਾਂਗੇ, ਮੁਹੱਲੇ ਵਾਲੇ ਖੁਦ ਹੀ ਉਸ ਦਾ ਸੰਸਕਾਰ ਕਰ ਦੇਣਗੇ ਅਤੇ ਘਰ ਵੀ ਸਾਡਾ ਹੋ ਜਾਵੇਗਾ। ਫਿਰ ਅਸੀਂ ਵਾਪਸ ਆ ਜਾਵਾਂਗੇ। ਪਹਿਲਾਂ ਹੀ ਮੈਂ ਆਪਣੀ ਮਾਂ ਦੇ ਵਹਿਮਾਂ ਭਰਮਾਂ ਦੇ ਕਰਕੇ ਆਪਣੀ ਜ਼ਿੰਦਗੀ ਦੇ ਕਈ ਸੁਨਹਿਰੇ ਸਾਲ ਬਰਬਾਦ ਕਰ ਚੁੱਕੀ ਸੀ ਅਤੇ ਹੁਣ ਮੈਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰ ਸਕਦੀ ਸੀ। ਮੈਂ ਖੁਦ ਗਰਜ ਹੋ ਚੁੱਕੀ ਸੀ ਅਤੇ ਰਾਹੁਲ ਠੀਕ ਹੀ ਕਹਿ ਰਿਹਾ ਸੀ। ਮੇਰੀ ਮਾਂ ਨੂੰ ਸਕੂਨ ਹੀ ਤਾਂ ਚਾਹੀਦਾ ਸੀ ਅਤੇ ਉਹਨਾਂ ਦਾ ਸਕੂਨ ਮੌਤ ਹੀ ਸੀ। ਰਾਹੁਲ ਦਾ ਕਹਿਣਾ ਸੀ ਕਿ ਅਸੀਂ ਕੁਝ ਦਿਨ ਦੇ ਲਈ ਉਸ ਦੇ ਇੱਕ ਦੋਸਤ ਦੇ ਘਰ ਚਲੇ ਜਾਵਾਂਗੇ। ਇਸੇ ਲਈ ਅਸੀਂ ਰਾਤੋਂ ਰਾਤ ਉੱਥੋਂ ਨਿਕਲੇ ਅਤੇ ਰੇਲਵੇ ਸਟੇਸ਼ਨ ਪਹੁੰਚ ਗਏ। ਅਸੀਂ ਟ੍ਰੇਨ 'ਤੇ ਸਵਾਰ ਹੋਏ ਅਤੇ ਆਪਣੀ ਮੰਜ਼ਿਲ ਦੀ ਤਰਫ ਜਾ ਰਹੇ ਸੀ। ਟ੍ਰੇਨ ਸਟੇਸ਼ਨ 'ਤੇ ਰੁਕੀ ਸੀ। ਰਾਹੁਲ ਨੇ ਮੈਨੂੰ ਕਿਹਾ ਕਿ ਉਹ ਖਾਣ ਪੀਣ ਦਾ ਕੁਝ ਸਮਾਨ ਲੈ ਕੇ ਆਉਂਦਾ ਆ। ਮੈਂ ਕੁਝ ਦੇਰ ਇੱਥੇ ਹੀ ਬੈਠਾ। ਮੈਂ ਉੱਥੇ ਹੀ ਇੱਕ ਬੈਂਚ 'ਤੇ ਬੈਠ ਗਈ, ਪਰ ਰਾਹੁਲ ਅਜੇ ਤੱਕ ਵਾਪਸ ਨਹੀਂ ਆਇਆ ਸੀ। ਇੱਕ ਔਰਤ ਉੱਥੇ ਆਈ ਅਤੇ ਬੈਂਚ ਦੇ ਦੂਸਰੇ ਕਿਨਾਰੇ 'ਤੇ ਬੈਠ ਗਈ। ਉਸ ਦੇ ਨਾਲ ਦੋ ਆਦਮੀ ਸੀ। ਉਹ ਮੈਨੂੰ ਅਜੀਬ ਨਜ਼ਰਾਂ ਨਾਲ ਵੇਖ ਰਹੀ ਸੀ ਅਤੇ ਬੋਲੀ, ਦੇਖਣ ਵਿੱਚ ਤਾਂ ਤੂੰ ਬੁਰੀ ਨਹੀਂ ਲੱਗਦੀ, ਹਜੇ ਠੀਕ ਠਾਕ ਹੀ ਹੈ, 10 ਸਾਲ ਕੱਢ ਹੀ ਲਵੇਂਗੀ। ਮੈਨੂੰ ਉਸ ਦੀ ਗੱਲ ਸਮਝ ਨਹੀਂ ਆਈ ਸੀ। ਟ੍ਰੇਨ ਚੱਲਣ ਲੱਗੀ ਤਾਂ ਮੈਂ ਟ੍ਰੇਨ ਤੋਂ ਬਾਹਰ ਹੀ ਦੀ ਤਰਫ ਭੱਜਣ ਲੱਗੀ, ਪਰ ਉਸ ਔਰਤ ਨੇ ਮੇਰਾ ਹੱਥ ਫੜ ਲਿਆ ਅਤੇ ਕਹਿਣ ਲੱਗੀ ਕਿ ਹੁਣ ਉਹ ਤੇਰੀ ਮੰਜ਼ਿਲ ਨਹੀਂ, ਤੇਰੀ ਮੰਜ਼ਿਲ ਕੁਝ ਹੋਰ ਹੈ ਅਤੇ ਮੈਨੂੰ ਇੱਕ ਇਲਾਕੇ ਵਿੱਚ ਲੈ ਗਈ ਅਤੇ ਮੈਂ ਸਮਝ ਗਈ ਕਿ ਉਹ ਕਿਹੜਾ ਇਲਾਕਾ ਸੀ। ਰਾਹੁਲ ਨੇ ਮੈਨੂੰ ਉਸ ਔਰਤ ਦੇ ਹੱਥਾਂ ਵਿੱਚ ਵੇਚ ਦਿੱਤਾ ਸੀ ਅਤੇ ਮੈਨੂੰ ਵੇਚ ਕੇ ਉੱਥੋਂ ਚਲਾ ਗਿਆ ਸੀ। ਮੈਂ ਉਸ ਔਰਤ ਦੇ ਨਾਲ ਹੀ ਰਹਿਣ ਲੱਗੀ ਅਤੇ ਉਹ ਔਰਤ ਮੇਰੇ ਕੋਲੋਂ ਗਲਤ ਕੰਮ ਕਰਵਾਉਣ ਲੱਗੀ। ਉਹ ਮੈਨੂੰ ਆਪਣੇ ਨਾਲ ਲੈ ਕੇ ਟ੍ਰੇਨ ਵਿੱਚ ਸਵਾਰ ਹੁੰਦੀ, ਚੱਲਦੀ ਟ੍ਰੇਨ ਵਿੱਚ ਹੀ ਸਬਦੇ ਕਰਦੀ, ਫਿਰ ਮੈਨੂੰ ਕਿਸੇ ਦੇ ਨਾਲ ਭੇਜ ਦਿੰਦੀ ਅਤੇ ਫਿਰ ਉਹ ਇਨਸਾਨ ਮੈਨੂੰ ਵਾਪਸ ਛੱਡ ਜਾਂਦਾ। ਇਹ ਮੇਰੀ ਜ਼ਿੰਦਗੀ ਬਣ ਕੇ ਰਹਿ ਗਈ ਸੀ। ਮੇਰੀ ਮਾਂ ਨੂੰ ਤਾਂ ਮੇਰੀ ਭੂਆ ਦੀ ਹਾਏ ਲੱਗੀ ਸੀ, ਪਰ ਮੈਂ ਤਾਂ ਆਪਣੀ ਮਾਂ ਦੀ ਹਾਏ ਵੀ ਲੈ ਲਈ ਅਤੇ ਜਿਸ ਇਨਸਾਨ ਨੂੰ ਦੋ ਲੋਕਾਂ ਦੀ ਹਾਏ ਲੱਗੀ ਸੀ ਉਸ ਦੇ ਨਾਲ ਚੰਗਾ ਕਿਸ ਤਰ੍ਹਾਂ ਹੋ ਸਕਦਾ ਸੀ। ਹੁਣ ਇਹੀ ਮੇਰੀ ਜ਼ਿੰਦਗੀ ਹੈ ਅਤੇ ਉਹ ਟ੍ਰੇਨ ਮੇਰੇ ਲਈ ਮੇਰੀ ਚਿਤਾ ਵਰਗੀ ਹੈ, ਜਿਸ 'ਤੇ ਮੈਂ ਹਰ ਰਾਤ ਕਈ ਵਾਰ ਸੜਦੀ ਹਾਂ। ਮੇਰਾ ਅੰਜਾਮ ਬਹੁਤ ਬੁਰਾ ਹੋਇਆ। ਮੇਰੀ ਮਾਂ ਠੀਕ ਕਹਿੰਦੀ ਸੀ, ਜਦੋਂ ਤੱਕ ਮੈਂ ਉਹਨਾਂ ਦੇ ਨਾਲ ਸੀ ਸੁਰੱਖਿਅਤ ਸੀ। ਮੁਸੀਬਤਾਂ ਮੇਰੇ ਸਿਰ 'ਤੇ ਮੰਡਲਾ ਰਹੀਆਂ ਸੀ, ਪਰ ਮੈਂ ਖੁਦ ਹੀ ਉਹਨਾਂ ਨੂੰ ਦਾਵਤ ਦਿੱਤੀ ਸੀ। ਮੇਰੀ ਜ਼ਿੰਦਗੀ ਮੇਰੇ ਲਈ ਨਰਕ ਬਣ ਗਈ ਸੀ। ਮੈਂ ਨਹੀਂ ਜਾਣਦੀ ਸੀ ਇਹ ਸਜ਼ਾ ਮੈਨੂੰ ਮੇਰੀ ਮਾਂ ਦੇ ਕਰਮਾਂ ਦੀ ਵਜ੍ਹਾ ਨਾਲ ਮਿਲੀ ਸੀ ਜਾਂ ਫਿਰ ਮੇਰੀ ਆਪਣੀ ਗਲਤੀ ਦੀ ਵਜ੍ਹਾ ਨਾਲ, ਅਤੇ ਹੁਣ ਮੇਰੀ ਜ਼ਿੰਦਗੀ ਖੁਦ ਹੀ ਇੱਕ ਸਜ਼ਾ ਬਣ ਗਈ ਆ। ਮੇਰਾ ਵੀ ਦਿਲ ਕਰਦਾ ਆ ਕਿ ਮੈਂ ਕਿਸੇ ਦਿਨ ਚੱਲਦੀ ਟ੍ਰੇਨ ਤੋਂ ਛਾਲ ਮਾਰ ਕੇ ਆਪਣੀ ਇਸ ਸਜ਼ਾ ਨੂੰ ਖ਼ਤਮ ਕਰ ਲਵਾਂ,
ਪਰ ਮੇਰੇ ਅੰਦਰ ਇੰਨੀ ਹਿੰਮਤ ਨਹੀਂ ਸੀ। ਤਾਂ ਦੋਸਤੋ, ਤੁਹਾਡੀ ਕੀ ਰਾਏ ਹੈ ਇਸ ਕਹਾਣੀ ਨੂੰ ਲੈ ਕੇ? ਸੀਮਾ ਨੂੰ ਜੋ ਸਜ਼ਾ ਮਿਲੀ, ਕੀ ਉਹ ਸਹੀ ਸੀ ਜਾਂ ਫਿਰ ਸੀਮਾ ਦੀ ਮਾਂ ਨੇ ਜੋ ਕੀਤਾ ਉਹ ਸਹੀ ਸੀ? ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।